Good morning, students. Let's start the chapter Some Glimpses of Ancient Indian Thought and Practices. We have completed first and second paragraph so far. Now we come to the third paragraph. Let's start. Once the story goes, King Janaka of Maithil called a meeting of the scholars to discuss some ticklish issue based on high philosophic thought. A well-known sage named Ashtavakra was also invited to this meeting. As Ashtavakra entered the portals of the palace hall and walked up the passage, some scholars already present there burst into a derisive laughter. How could such a deformed and misshapen person discuss high philosophy, they felt. Ashtavakra thundered back to the king. O king, I feel ashamed of being invited to this assembly of skinners. It is only a skinner who measures intelligence or status of a person from his skin or physical looks or the color and shape of his skin or body. ਇਹ ਜਿਹੜਾ ਪੈਸੇਜ ਬੇਟਾ ਇਹ ਪੈਰਾ ਜਿਹੜਾ ਪੜ੍ਹਿਆ ਇਹਦੇ ਵਿੱਚ ਹੈ ਜਿਹੜੀ ਸਟੋਰੀ ਹੈ ਕਹਾਣੀ ਹੈ ਉਹ ਅੱਗੇ ਚੱਲ ਰਹੀ ਵੀ ਜਿਹੜੇ ਕਿੰਗ ਜਨਕ ਹੈ ਉਹ ਮੈਥਿਲ ਦੇ ਅੱਜ ਕੱਲ੍ਹ ਬਿਹਾਰ ਵਿੱਚ ਹੈ ਮੈਥਿਲ ਉਹਨੇ ਇੱਕ ਮੀਟਿੰਗ ਬੁਲਾਈ ਜਿਹੜੇ ਮਤਲਬ ਉੱਚ ਦਾਰਸ਼ਨਿਕ ਵਿਚਾਰਾਂ ਵਾਲੇ ਸਨ ਉੱਚ ਵਿਚਾਰਾਂ ਵਾਲੇ ਸਨ ਉਹਨੇ ਵਿਚਾਰ ਵਟਾਂਦਰਾ ਕਰਨ ਲਈ ਇੱਕ ਸਭਾ ਬੁਲਾਈ ਵੈਲ ਨੋਨ ਦਾ ਮਤਲਬ ਹੁੰਦਾ ਹੈ ਜਿਸ ਨੂੰ ਸਾਰੇ ਜਾਣਦੇ ਹੋਣ ਉਹ ਰਿਸ਼ੀ ਉਹਨਾਂ ਦਾ ਨਾਂ ਸੀ ਅਸ਼ਟਵਕਰਾ ਅਤੇ ਉਹਨਾਂ ਦੀ ਜਿਹੜੀ ਬੋਡੀ ਸੀ ਨਾ ਉਹ ਡੀਫਾਰਮ ਦਾ ਮਤਲਬ ਹੁੰਦਾ ਹੈ ਕਿ ਟੇਢੀ ਮੇਢੀ ਡੀਫਾਰਮ ਦਾ ਮਤਲਬ ਟੇਢੀ ਮੇਢੀ ਬੋਡੀ ਸੀ ਉਹਨਾਂ ਨੂੰ ਵੀ ਮੀਟਿੰਗ ਵਿੱਚ ਬੁਲਾਇਆ ਗਿਆ ਜਿਵੇਂ ਹੀ ਅਸ਼ਟਵਕਰਾ ਨੇ ਐਂਟਰ ਕੀਤਾ ਜਿਹੜਾ ਰਾਜੇ ਦਾ ਦਰਬਾਰ ਸੀ ਉਹਦੇ ਵਿੱਚ ਐਂਟਰ ਕੀਤਾ ਸਾਰੇ ਜਿਹੜੇ ਸੀਗੇ ਪਹਿਲੇ ਸਕੋਲਰ ਜਿਹੜੇ ਉੱਥੇ ਦਾਰਸ਼ਨਿਕ ਉੱਚ ਵਿਚਾਰਾਂ ਵਾਲੇ ਬੈਠੇ ਸੀ ਇੱਕਦਮ ਉਹਨਾਂ ਨੇ ਦੇਖਿਆ ਅਸ਼ਟਵਕਰਾ ਵੱਲ ਅਤੇ ਡੈਰਿਸਿਵ ਲਾਫਟਰ ਦਾ ਮਤਲਬ ਹੁੰਦਾ ਹੈ ਕਿ ਅੰਦਰੋਂ ਅੰਦਰੀ ਹੱਸ ਰਹੇ ਸੀ ਉਹ ਮਤਲਬ ਵਿਅੰਗ ਭਰੇ ਆਪਾਂ ਜਿੱਦਾਂ ਕਿਸੇ ਨੂੰ ਟੀਜ਼ ਕਰਦੇ ਹਾਂ ਵਿਅੰਗ ਭਰੇ ਉਹਦੇ ਨਾਲ ਹੱਸੇ ਉਹ ਸੋਚ ਰਹੇ ਸੀ ਵੀ ਇੱਦਾਂ ਹਾਊ ਕੁਡ ਕਿਸ ਤਰ੍ਹਾਂ ਮਤਲਬ ਇੱਕ ਜਿਹੜਾ ਉਹ ਕੋਈ ਟੇਢੇ ਮੇਢੇ ਸਰੀਰ ਦਾ ਬੰਦਾ ਜਿਹੜਾ ਉਹ ਬੜੇ ਉੱਚ ਵਿਚਾਰ ਰੱਖ ਸਕਦਾ ਜਿਹੜੇ ਅਸ਼ਟਵਕਰ ਸੀ ਉਹਨੇ ਇਹ ਚੀਜ਼ ਨੂੰ ਮਹਿਸੂਸ ਕੀਤਾ ਕਿ ਸਭ ਨੇ ਮੇਰਾ ਅਪਮਾਨ ਕੀਤਾ ਮੇਰੀ ਬੇਇੱਜ਼ਤੀ ਕੀਤੀ ਉਹਨੇ ਇੱਕਦਮ ਗਰਜਿਆ ਗੁੱਸੇ ਦੇ ਵਿੱਚ ਉਹਨੇ ਰਾਜੇ ਨੂੰ ਕਿਹਾ ਉਹ ਰਾਜਾ ਮੈਨੂੰ ਬਹੁਤ ਸ਼ਰਮਿੰਦਗੀ ਹੋਈ ਕਿ ਮੈਂ ਉਸ ਸਭਾ ਵਿੱਚ ਆਇਆ ਜਿਸ ਸਭਾ ਵਿੱਚ ਸਕਿਨਰਸ ਹੁੰਦੇ ਬੇਟਾ ਜਿਹੜੇ ਖੱਲਾਂ ਦਾ ਕੰਮ ਕਰਦੇ ਮਤਲਬ ਚਮੜੀ ਦਾ ਚਰਮਕਾਰ ਕਹਿੰਦੇ ਉਹਨਾਂ ਨੂੰ ਵੀ ਇਹ ਸਿਰਫ ਇੱਕ ਚਰਮਕਾਰ ਹੀ ਹੋ ਸਕਦਾ ਵੀ ਜਿਹੜਾ ਕਿਸੇ ਦੀ ਇੰਟੈਲੀਜੈਂਸ ਅਤੇ ਉਹਦਾ ਸਟੇਟਸ ਜਿਹੜਾ ਉਹ ਉਹਦੇ ਸੋਚਣ ਦਾ ਸਰੀਰਕ ਬਣਾਵਟ ਦੇ ਆਧਾਰ 'ਤੇ ਵੀ ਉਹਦੇ ਰੰਗ ਅਤੇ ਆਕ੍ਰਿਤੀ ਤੋਂ ਉਹਦੀ ਇੰਟੈਲੀਜੈਂਸ ਦਾ ਅੰਦਾਜ਼ਾ ਲਗਾ ਸਕੇ ਲੈਟਸ ਕਮ ਟੂ ਦਾ ਫੋਰਥ ਪੈਰਾਗ੍ਰਾਫ The history of this great land is full of examples where no auspicious function was considered to be held properly without the participation of women. So much so that if no woman could somehow make it to the function, a statue of the woman was created to mark her auspicious presence. This only proves that a woman in this great land was never looked upon as an object of lust or sex. She was always considered a Devi, a Kanjak, the mother of mankind, the Ardhangini, the inseparable but equal wheel of the chariot of life. ਇਹਦਾ ਮਤਲਬ ਇਹ ਹੈ ਕਿ ਜਿਹੜਾ ਸਾਡਾ ਇਤਿਹਾਸ ਹੈ ਉਹ ਇਹੋ ਜਿਹੀਆਂ ਉਦਾਹਰਨਾਂ ਨਾਲ ਭਰਿਆ ਹੋਇਆ ਹੈ ਕਿ ਮਤਲਬ ਕੋਈ ਵੀ ਸ਼ੁਭ ਕੰਮ ਜਿਹੜਾ ਕਰਨਾ ਉਹਦੇ ਵਿੱਚ ਔਰਤਾਂ ਦਾ ਹਿੱਸਾ ਲੈਣਾ ਜਿਹੜਾ ਬਹੁਤ ਜ਼ਰੂਰੀ ਹੈ ਇੱਥੋਂ ਤੱਕ ਹੁੰਦਾ ਕਿ ਕਈ ਵਾਰੀ ਕੋਈ ਔਰਤ ਜਿਹੜੀ ਹੈ ਕਿਸੇ ਕਾਰਨ ਕਰਕੇ ਉਸ ਸ਼ੁਭ ਕੰਮ ਵਿੱਚ ਹਿੱਸਾ ਨਹੀਂ ਲੈ ਸਕਦੀ ਨਾ ਤਾਂ ਉਹਦੀ ਹਾਜ਼ਰੀ ਦੇ ਪ੍ਰਤੀਕ ਦੇ ਰੂਪ ਵਿੱਚ ਔਰਤ ਦੀ ਮੂਰਤੀ ਜਿਹੜੀ ਹੈ ਉਹ ਬਣਵਾ ਦਿੱਤੀ ਜਾਂਦੀ ਹੈ ਇਹ ਤੋਂ ਆਪਾਂ ਇਹੀ ਮਤਲਬ ਸਿੱਧ ਹੁੰਦਾ ਇਹੀ ਸੋਚ ਸਕਦੇ ਹਾਂ ਕਿ ਇਸ ਮਹਾਨ ਦੇਸ਼ ਵਿੱਚ ਜਿਹੜੀ ਉਹ ਔਰਤ ਜਿਹੜੀ ਹੈ ਉਹਨੂੰ ਇੱਕ ਵਾਸਨਾ ਜਾਂ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਨਹੀਂ ਸਮਝਿਆ ਜਾਂਦਾ ਸਗੋਂ ਉਹਨੂੰ ਇੱਕ ਦੇਵੀ ਇੱਕ ਕੰਜਕ ਛੋਟੀ ਉਮਰ ਦੀ ਜਿਹੜੀ ਹੁੰਦੀ ਹੈ ਛੋਟੇ ਬੱਚੇ ਹੁੰਦੇ ਨਾ ਕੰਜਕਾਂ 'ਤੇ ਆਪਾਂ ਪੂਜਦੇ ਹਾਂ ਮਨੁੱਖੀ ਜਾਤੀ ਦੀ ਮਾਤਾ ਜਨਨੀ ਜਿਹਨੂੰ ਆਪਾਂ ਕਹਿੰਦੇ ਅਰਧਾਂਗਿਨੀ ਅਤੇ ਜੀਵਨ ਰੱਥ ਦਾ ਮਹੱਤਵਪੂਰਨ ਅਤੇ ਅਲੱਗ ਨਾ ਹੋਣ ਸਕਣ ਵਾਲਾ ਪਹੀਆ ਮੰਨਿਆ ਜਾਂਦਾ ਸੀ This fitly explains Chhatrapati Shiva's bowing his head before a woman and respectfully restoring her dignity as a mother when some misguided soldiers of his victorious army presented her to Shivaji as a gift.
This too explains that the great wars in both the sacred epics, the Ramayana and the Mahabharata, were fought for defending and upholding the honor of this Matri Shakti, the powerful motherhood. Does this not put those to shame who think of resorting to female foeticide or denying the female sex their rightful place in the affairs of the world? This fitly explains Chhatrapati Shiva's bowing. मतलब ਇਹ ਛਤਰਪਤੀ ਸ਼ਿਵਾਜੀ ਜਿਹੜੇ ਸੀ, ਮਤਲਬ ਇਹ ਜਿਹੜੀ ਐਗਜ਼ਾਮਪਲ ਹੈ ਇਹ ਫਿੱਟ ਹੁੰਦੀ ਹੈ ਵੀ ਔਰਤ ਦੇ ਸਾਹਮਣੇ ਉਹਨਾਂ ਨੇ ਆਪਣਾ ਸਿਰ ਝੁਕਾਤਾ ਸੀ ਅਤੇ ਮਾਂ ਵਾਂਗ ਉਹਨੂੰ ਕਿਹਾ ਕਿ ਉਹਦਾ ਮਾਣ ਜਿਹੜਾ ਉਹ ਮੈਂ ਦੁਬਾਰਾ ਸਥਾਪਿਤ ਕੀਤਾ। ਉਹਨਾਂ ਨੇ ਉਹਦੇ ਪਿੱਛੇ ਵੀ ਇੱਕ ਭਾਵਨਾ ਛੁਪੀ ਹੋਈ ਸੀ ਕਿ ਉਹ ਕਿੱਦਾਂ ਸੀ ਕਿ ਉਹਨਾਂ ਦੇ ਜਿਹੜੇ ਸ਼ਿਵਾਜੀ ਦੇ ਜਿਹੜੇ ਕੁਝ ਸੈਨਿਕ ਸੀ ਨਾ ਉਹ ਭਟਕ ਗਏ ਸੀਗੇ, ਉਹਨਾਂ ਨੂੰ ਕਿਸੇ ਨੇ ਸਿਖਾਤਾ ਸੀ। ਉਹਨਾਂ ਨੇ ਕੀ ਕੀਤਾ ਵੀ ਜਦੋਂ ਯੁੱਧ ਕੀਤਾ ਉਹ ਤੋਂ ਜਿੱਤ ਕੇ ਜਿਹੜੀ ਔਰਤ ਸੀ ਉਹਨੂੰ ਕਹਿਤਾ ਕਿ ਸ਼ਿਵਾਜੀ ਦੇ ਸਾਹਮਣੇ ਵੀ ਇੱਕ ਤੋਹਫੇ ਵਾਂਗ ਪੇਸ਼ ਕਰ ਦਿਓ। ਇਹ ਮਤਲਬ ਸਾਨੂੰ ਇਹ ਵੀ ਦੱਸਦਾ ਹੈ, ਇਹ ਇਸ ਪੈਰਾਗ੍ਰਾਫ 'ਚ ਇਹ ਵੀ ਦੱਸਿਆ ਗਿਆ ਕਿ ਜਿਹੜੇ ਰਾਮਾਇਣ ਅਤੇ ਮਹਾਭਾਰਤ ਜਿਹੜੇ ਦੋ ਪਵਿੱਤਰ ਮਹਾਂਕਾਵ ਹੈ, ਪਵਿੱਤਰ ਗ੍ਰੰਥ ਨੇ, ਉਹਦੇ ਵਿੱਚ ਵੀ ਜਿਹੜਾ ਉਹ ਮਾਤਰ ਸ਼ਕਤੀ ਦੇ ਸਨਮਾਨ ਦੀ ਰੱਖਿਆ ਲਈ ਅਤੇ ਉਸ ਦੇ ਸਮਰਥਨ ਲਈ ਲੜੇ ਗਏ ਸਨ। ਤੁਸੀਂ ਰਾਮਾਇਣ ਵੀ ਦੇਖੀ ਹੈ, ਤੁਸੀਂ ਮਹਾਭਾਰਤ ਵੀ ਦੇਖੀ ਹੈ ਨਾ ਬੇਟਾ, ਉਹਦੇ ਵਿੱਚ ਵੀ ਆਪਾਂ ਨੂੰ ਪਤਾ ਹੀ ਹੈ ਸਾਰੀ ਕਹਾਣੀ ਵੀ ਔਰਤ ਦੇ ਵਾਸਤੇ ਹੀ ਜਿਹੜੀ ਆ ਉਹ ਮਾਤਰ ਸ਼ਕਤੀ ਦੇ ਸਨਮਾਨ ਲਈ ਇਹ ਯੁੱਧ ਲੜੇ ਗਏ ਸਨ। ਮਤਲਬ ਕੀ ਇਹ ਉਹਨਾਂ ਨੂੰ ਸ਼ਰਮਿੰਦਾ ਨਹੀਂ ਕਰਦਾ ਜਿਹੜੇ ਕੰਨਿਆ ਭਰੂਣ ਹੱਤਿਆ ਦਾ ਸਹਾਰਾ ਲੈਣਾ ਜਾਂ ਵਿਸ਼ਵ ਦੇ ਮਾਮਲੇ ਵਿੱਚ ਔਰਤਾਂ ਦਾ ਨਿਆਂਯੋਗ ਸਥਾਨ ਨਾ ਦੇਣ ਦੀ ਸੋਚਦੇ ਆ? ਮਤਲਬ ਜਿੱਦਾਂ ਇਹਦਾ ਲਾਸਟ ਕਨਕਲੂਜਨ ਮਤਲਬ ਕਨਕਲੂਡ ਕਰਦੀਆਂ ਚੈਪਟਰ ਇਹ ਹੈ ਕਿ ਵੀ ਜਿਹੜੇ ਕੰਨਿਆ ਭਰੂਣ ਹੱਤਿਆ ਹੁੰਦੀ ਕਿ ਮਤਲਬ ਜਦੋਂ ਪਤਾ ਲੱਗੇ ਕਿ ਮਤਲਬ ਇੱਕ ਲੇਡੀ ਨੂੰ ਕਿ ਉਹਦੇ ਬੇਟੀ ਹੈ ਪੇਟ ਵਿੱਚ, ਮਤਲਬ ਉਹਨੂੰ ਮਾਰ ਦਿੰਦੇ, ਫੀਮੇਲ ਫੋਰਟੀਸਾਈਡ ਉਹਨੂੰ ਕਹਿੰਦੇ ਬੇਟਾ। ਮਤਲਬ ਇਹ ਸ਼ਰਮਿੰਦਾ ਕਰਦੀਆਂ, ਮਤਲਬ ਉਹ ਇਹਨਾਂ ਜਿਹੜੇ ਸਹਾਰਾ ਲੈਂਦੇ ਇਹੋ ਜਿਹੀਆਂ ਚੀਜ਼ਾਂ ਦਾ, ਮਤਲਬ ਉਹਨਾਂ ਦਾ ਨਿਆਂਯੋਗ ਸਥਾਨ ਜਿਹੜਾ ਆਪਾਂ ਮਤਲਬ ਸੋਚ ਨਹੀਂ ਸਕਦੇ ਇਸ ਚੀਜ਼ ਨੂੰ। ਥੈਂਕ ਯੂ ਸੋ ਮਚ।